औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतु लिल मुत्तक़ीन अस्सलातु वस्सलामु अला रसूलिल करीम। दोस्तों अस्सलाम वालेकुम। डॉक्टर नसीर कल हाज़िर सी एनपी न्यूज़ तो। दोस्तों बड़ी पुरानी गल है, माना वाले एक मरासी रहिंदा सी ਤੇ ਸਾਡੇ ਪੁਰਾਣਾ ਜਿਹੜਾ ਘਰਾਂ ਦਾ ਮਾਹੌਲ ਹੈ ਨਾ, ਪਿੰਡਾਂ ਦਾ ਤੁਸੀਂ ਦੇਖਿਆ ਹੋਵੇਗਾ ਕਿ ਜਿਸ ਵੇਲੇ ਗਲੀ ਚੋਂ ਜਾਂ ਬਾਜ਼ਾਰ ਚੋਂ ਘਰ 'ਚ ਦਾਖਲ ਹੋਵਾ ਨਾ, ਅੱਗੇ ਹੁੰਦੀ ਸੀ ਡੇੜੀ ਦੇ ਵਿੱਚ ਆਮ ਤੌਰ ਤੇ ਔਰਤਾਂ ਮਰਦ ਦੁਪਹਿਰਾਂ ਜਿਸ ਵੇਲੇ ਹੋਣੀਆਂ, ਜਿਹੜੇ ਘਰ ਦੇ ਬੱਚੇ ਸਾਰੇ ਉੱਥੇ ਬੈਠੇ ਹੁੰਦੇ ਸੀ। ਔਰ ਡੇੜੀ ਦਾ ਬਾਹਰ ਦਾ ਦਰਵਾਜ਼ਾ ਤਾਂ ਹੁੰਦਾ ਸੀ, ਅੰਦਰਲਾ ਦਰਵਾਜ਼ਾ ਨਹੀਂ ਸੀ ਹੁੰਦਾ। ਅੰਦਰ ਵਿਹੜੇ ਚੋਂ ਮਤਲਬ ਦਾਖਲ ਹੋਈਦਾ ਸੀ ਉੱਧਰੋਂ ਦੀ। ਤੇ ਉਹਦਾ ਫਾਇਦਾ ਇਹ ਹੁੰਦਾ ਸੀ ਕਿ ਬਿਜਲੀ ਹੁੰਦੀ ਨਹੀਂ ਸੀ, ਪੱਖੇ ਚੱਲਦੇ ਨਹੀਂ ਸੀ ਹੁੰਦੇ, ਤੇ ਉਹ ਫਿਰ ਹਵਾ ਬਾਹਰੋਂ ਗਲੀ ਚੋਂ ਆਉਣੀ ਜਾਂ ਵਿਹੜੇ ਵੱਲੋਂ ਆਉਣੀ, ਤੇ ਉਹ ਸਰਕਟ ਚੱਲਦਾ ਰਹਿੰਦਾ, ਤੇ ਗਰਮੀ ਦਾ ਅਹਿਸਾਸ ਘੱਟ ਹੁੰਦਾ ਸੀ। ਕੱਚੀਆਂ ਕੰਧਾਂ ਹੁੰਦੇ, ਕੱਚੇ ਮਕਾਨ ਹੁੰਦੇ ਸੀ, ਤੇ ਉਦੋਂ ਗਰਮੀ ਇੰਨੀ ਨਹੀਂ ਸੀ ਮਹਿਸੂਸ ਹੁੰਦੀ ਜਿੰਨੀ ਹੁਣ ਹੁੰਦੀ ਹੈ। ਅੱਛਾ, ਤੇ ਉਹ ਵਿਹੜੇ ਤੋਂ ਅੰਦਰਲੀ ਸਾਈਡ ਤੇ ਬਾਕੀ ਘਰ ਹੁੰਦਾ ਸੀ ਸਾਰਾ। ਹੁਣ ਉਹ ਮਰਾਸੀ ਸੀ, ਮਰਾਸੀ ਨੇ ਜਨਾਬ ਇਸ ਤਰ੍ਹਾਂ ਕੀਤਾ, ਬੁੱਢੀ ਉਹਦੀ ਬੜੀ ਤਗੜੀ ਸੀ ਮਰਾਸੀ ਦੀ। ਉਹਨੇ ਜਦੋਂ ਦਿਲ ਕਰਨਾ ਨਾ ਮਰਾਸੀ ਨੂੰ ਪੈਂਟੀ ਲਾ ਦਿਆ ਕਰਨਾ। ਇੱਕ ਦਿਨ ਨਾ ਮਰਾਸੀ ਬੜਾ ਟੈਟ ਸ਼ੈਟ ਹੋ ਕੇ ਨਿਕਲਿਆ, ਪਤਾ ਨਹੀਂ ਕਿਹੜੇ ਕੰਮ ਤੇ ਗਿਆ ਬਗੈਰ ਬੁੱਢੀ ਨੂੰ ਦੱਸਣ ਪੁੱਛਣ ਤੋਂ। ਬੁੱਢੀ ਨੂੰ ਜਿਸੇ ਪਤਾ ਲੱਗਾ ਵੀ ਮੇਰਾ ਬਗੈਰ ਪੁੱਛਿਆ ਦੱਸਿਆ ਤੋਂ ਗਿਆ, ਤੇ ਬੜੀ ਗੁੱਸੇ 'ਚ ਆਈ। ਆਣ ਕੇ ਤੇ ਗਰਮੀਆਂ ਦਿਨ ਸੀ, ਉੱਥੇ ਡੇੜੀ 'ਚ ਬਹਿ ਗਈ। ਉਹਨੇ ਕਿਹਾ ਅੱਜ ਇਹਨੂੰ ਆ ਲੈਣ ਦੇ, ਇਹਦਾ ਮੈਂ ਇਲਾਜ ਕਰਦੀ। ਕੁਛ ਟਾਈਮ ਲੰਘਿਆ, ਨਵਾਜ਼ ਸਾਹਿਬ ਆ ਗਿਆ ਮਰਾਸੀ ਆਉਂਦੇ ਜਿਸ ਅੰਦਰ ਬਣਨ ਲੱਗਾ ਨਾ, ਬਾਹਰ ਦੇ ਦਰਵਾਜ਼ੇ ਚੋਂ ਡੇੜੀ 'ਚ ਬਣ ਨਹੀਂ ਲੱਗਾ। ਉਹਨੇ ਪੁੱਛਿਆ ਕਿੱਥੋਂ ਆਇਆ ਹੈ? ਉਹਦੇ ਕੋਲ ਗੱਲ ਹੀ ਕੋਈ ਨਹੀਂ ਸੀ, ਡਰਦੇ ਕੋਈ ਵਿਚਾਰੇ ਕੋਈ ਜ਼ੁਬਾਨ ਨਾ ਖੁੱਲੀ। ਬੁੱਢੀ ਉੱਠੀ, ਉਹਨੇ ਫੜ ਕੇ ਗਲ ਤੋਂ ਥੱਲੇ ਸੁੱਟਿਆ ਤੇ ਚੰਗਾ ਉਹਨੂੰ ਨਾ ਛਿੱਤਰ ਫੇਰਿਆ। ਜਿਹੜੀ ਪੱਗ ਬੰਨੀ ਸੀ ਮਰਾਸੀ ਨੇ ਉੱਡੇ ਡੁੱਬ ਕੇ ਥੱਲੇ, ਉਹ ਖਰਾਬ ਹੋ ਗਈ। ਰੌਲਾ ਪੈ ਗਿਆ, ਲੋਕ ਆਏ ਇੱਧਰੋਂ ਉੱਧਰੋਂ ਆ ਕੇ, ਲੋਕਾਂ ਨੇ ਛਡਾਇਆ ਥੱਲੇ, ਕਢਾਇਆ ਉਹਨੂੰ ਮਰਾਸੀ ਨੂੰ। ਤੇ ਮਰਾਸੀ ਜਿਸ ਵੇਲੇ ਬਾਹਰ ਨਿਕਲਿਆ ਉੱਥੋਂ, ਅੰਦਰੋਂ ਗਲੀ 'ਚ ਨਿਕਲ ਗਿਆ। ਉਹ ਜਿਹੜੀ ਪੱਗ ਬੰਨੀ ਸੀ ਉਹਨੂੰ ਫੜ ਕੇ ਤੇ ਨਾਲੇ ਸਿਰ ਦੇ ਉੱਤੇ ਉਂਗਲੇਟੀ ਜਾਏ, ਤੇ ਨਾਲੇ ਕਿ ਤੇਰੇ ਨਾਲ ਵੀ ਦੂਸਰੇ ਚੌਥੇ ਦਿਨ ਐਵੇਂ ਨਾ ਹੋਵੇ ਤੇ ਤੂੰ ਵੀ ਠੀਕ ਨਹੀਂ ਹੁੰਦੀ। ਇਹ ਹਾਲ ਆ ਮੋਦੀ ਸਾਹਿਬ ਦਾ। ਮੋਦੀ ਨੇ ਪੰਗਾ ਤੇ ਲੈ ਲਿਆ। ਉਹਨੇ ਇਹੀ ਸਮਝਿਆ ਸੀ ਕਿ ਪਾਕਿਸਤਾਨ ਵਾਲੇ ਜਿਹੜੇ ਨੇ ਇਹ ਐਵੇਂ ਆਪਣੇ ਕੰਮਾਂ 'ਚ ਲੱਗੇ ਨੇ, ਫੌਜ ਵੀ ਸਿਆਸਤਦਾਨ ਵੀ ਸਿਰਫ ਇਮਰਾਨ ਖਾਨ ਦੇ ਦੁਆਲੇ ਚੜੇ ਆ। ਇਹਨਾਂ ਮੈਨੂੰ ਕੀ ਕਰਨਾ ਵਾ, ਇਹਨਾਂ ਨੇ ਆਪਣੇ ਕੰਮ 'ਚੋਂ ਨਿਕਲਣਗੇ ਤੇ ਮੈਨੂੰ ਕੁਝ ਪੁੱਛਣ ਦੱਸਣਗੇ ਨਾ। ਲੇਕਿਨ ਉਹਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਮੁਸ਼ਤਰਕਾ ਦੁਸ਼ਮਣ ਦੀ ਗੱਲ ਆ ਜਾਂਦੀ ਹੈ ਨਾ, ਇਹ ਆਮ ਸੁਣੀ ਹੋਣੀ ਗੱਲ ਕਿ ਥਾਣੇਦਾਰ ਤਗੜਾ ਆ ਜਾਏ ਨਾ, ਹਰ ਕਮਾਸ ਦਾ ਜਿਹੜਾ ਬਦਮਾਸ਼ ਹੁੰਦਾ ਜਾਂ ਜਰਾਇਮ ਪੇਸ਼ਾ ਹੁੰਦਾ ਨਾ, ਉਹ ਇਕੱਠੇ ਹੋ ਜਾਂਦੇ ਨੇ ਉਹਦੇ ਖਿਲਾਫ। ਇਸੇ ਤਰ੍ਹਾਂ ਹੀ ਹੈ ਕਿ ਜਿਸ ਵੇਲੇ ਇਹ ਹਾਲਾਤ ਮੋਦੀ ਨੇ ਪੈਦਾ ਕੀਤੇ, ਸਾਡੀ ਕੌਮ 'ਚ ਜਿਹੜਾ ਤਫਰੀਕ ਸੀ, ਫਰਕ ਸੀ, ਮੁਖਾਲਫਤ ਮੁਖਾਸਮਤ ਚੱਲ ਰਹੀ ਸੀ, ਉਹ ਸਾਰੇ ਇੱਕੋ ਹੋ ਗਏ। ਲੇਕਿਨ ਉਹ ਸਭ ਤੋਂ ਬੜੀ ਗਲਤੀ ਉਹਦੀ ਕੀ ਸੀ? ਬੜੀ ਗਲਤੀ ਉਹਨੇ ਕੀਤਾ ਸੀ ਕਿ ਸ਼ਾਇਦ ਫੌਜ ਵੀ ਇੱਧਰ ਹੀ ਲੱਗੀ ਆ, ਸਿਆਸਤਦਾਨਾਂ ਦੇ ਮਗਰ ਚੜੀ ਆ। ਇਸ ਤਰ੍ਹਾਂ ਨਹੀਂ ਹੁੰਦਾ। ਫੌਜ ਸਾਡੀ ਟੈਕਨੀਕਲ ਫੌਜ ਆ, ਸਾਡੀ ਆਪਣੇ ਪੇਸ਼ਾਵਰ ਫੌਜ ਆ, ਔਰ ਦੁਨੀਆ ਦੇ ਬਿਹਤਰੀਨ ਫੌਜਾਂ ਵਿੱਚੋਂ ਇੱਕ ਫੌਜ ਆ, ਬਲਕਿ ਮੈਂ ਕਹਾਂਗਾ ਕਿ ਟਾਪ ਮੋਸਟ ਫੌਜ ਆ। ਔਰ 에ਅਰਫੋਰਸ ਸਾਡੀ 에ਅਰਫੋਰਸ ਦਾ ਤੇ ਰਿਕਾਰਡ ਇਹ ਆ ਕਿ ਇਹਨੇ ਇੱਕ ਸਾਡੇ ਸ਼ਾਹੀਨ ਨੇ 4-4 5-5 ਤਿਆਰੇ ਵੀ ਸੁੱਟੇ ਨੇ। ਇਸ ਪਾਗਲ ਨੂੰ, ਸਾਡੇ ਮੋਦੀ ਸਾਹਿਬ ਨੂੰ ਪਤਾ ਹੀ ਨਹੀਂ ਲੱਗਿਆ ਇਸ ਗੱਲ ਦਾ ਵੀ ਇਹਦੀ ਤਾਰੀਖ ਕੀ ਹੈ ਪਾਕਿਸਤਾਨੀਆਂ ਦੀ। ਇਹਨਾਂ ਨੇ 65 'ਚ ਕੀ ਕੁਝ ਕੀਤਾ ਸੀ ਤੁਹਾਡੇ ਨਾਲ। 71 'ਚ ਚਲੋ ਮਾਮਲਾ ਹੀ ਖਰਾਬ ਹੋ ਗਿਆ ਨਾ ਕਿ ਸਾਡੇ ਉੱਤੇ ਅਪਰੋਚ ਹੀ ਨਹੀਂ ਸੀ ਬਣਦੀ ਮਸ਼ਰਕੀ ਪਾਕਿਸਤਾਨ 'ਚ। ਲੇਕਿਨ 65 ਦੇ ਵਿੱਚ ਜੋ ਦੁਰਗਤ 에ਅਰਫੋਰਸ ਸਾਡੀ ਨੇ ਬਣਾਈ ਸੀ ਇਹਨਾਂ ਦੀ, ਕਿਉਂਕਿ ਆਰਮੀ ਦਾ ਮਾਮਲਾ ਹੋ ਰਿਹਾ। ਆਰਮੀ ਉਹਨਾਂ ਦੀ ਬਹੁਤ ਜ਼ਿਆਦਾ ਆਰਮੀ ਆ, ਸਾਡੀ ਨਿਸਬਤ ਉਹਨਾਂ ਦੀ ਆਰਮੀ ਬਹੁਤ ਜ਼ਿਆਦਾ ਵਾ। ਲੇਕਿਨ ਜਦੋਂ 에ਅਰਫੋਰਸ ਦਾ ਮਾਮਲਾ ਆਉਂਦਾ, 에ਅਰਫੋਰਸ 'ਚ ਬੰਦੇ ਨਹੀਂ ਗਿਣੇ ਜਾਂਦੇ, ਆਰਮੀ 'ਚ ਬੰਦੇ ਗਿਣੇ ਜਾਂਦੇ ਨੇ ਕਿ ਫੌਜ ਕਿੰਨੀ ਜ਼ਿਆਦਾ ਤੇ ਥੋੜੀ। 에ਅਰਫੋਰਸ ਹੁੰਦਾ ਟੈਕਨੀਕ ਕੌਣ ਜ਼ਿਆਦਾ ਬਿਹਤਰ ਜਾਣਦਾ, ਨੰਬਰ 1। ਨੰਬਰ 2, ਉਹਨਾਂ 'ਚ ਇਸਾਰ ਕਿੰਨਾ ਹੈ। ਨੰਬਰ 3, ਉਹਨਾਂ ਦੇ ਪਿੱਛੇ ਦਿਲ ਦੇ ਅੰਦਰ ਆਪਣੇ ਮਜ਼ਹਬ ਦੇ ਮੁਤਲਕ ਜਾਂ ਆਪਣੇ ਮੁਲਕ ਦੇ ਮੁਤਲਕ ਜਾਂ ਆਪਣੀ ਕੌਮ ਦੇ ਮੁਤਲਕ ਕਿੰਨਾ ਜਜ਼ਬਾ ਕਾਰ ਫਰਮਾਵਾ। ਇਹ 3 ਫੈਕਟਰ ਅਗਰ ਉਹਦੇ ਵਿੱਚ ਬਹੁਤ ਜ਼ਿਆਦਾ ਨੇ
ਤੋ ਥੋੜੇ ਜਿਹੇ ਜਿਹੜੇ ਨੇ ਉਹ ਬਹੁਤ ਸਾਰਿਆਂ ਦੇ ਉੱਤੇ ਗੱਲ ਪਾ ਜਾਂਦੇ ਨੇ। ਔਰ ਇਹੀ ਇੱਥੇ ਹੋਇਆ ਪਾਕਿਸਤਾਨ ਦੇ ਅੰਦਰ। ਮੋਦੀ ਸਾਹਿਬ ਕੱਲ ਤਕਰੀਰ ਫਰਮਾ ਰਹੇ ਸਨ, ਅਸੀਂ ਇਹ ਟੈਰਰਿਜ਼ਮ ਔਰ ਡਾਇਲੌਗ ਯਾਨੀ ਟਾਕਸ ਲਫ਼ਜ਼ ਇਸਤੇਮਾਲ ਕੀਤਾ, ਟਾਕਸ ਔਰ ਟੈਰਰਿਜ਼ਮ ਇਕੱਠੇ ਨਹੀਂ ਚੱਲ ਸਕਦੇ। ਇਹ ਬਿਲਕੁਲ 100% ਮੋਦੀ ਸਾਹਿਬ ਤੋਂ ਠੀਕ ਕਿਹਾ ਵੇ, ਇਹ ਦੋਨੋਂ ਵਾਕਈ ਇਕੱਠੇ ਨਹੀਂ ਚੱਲਦੇ। ਸਾਡੇ ਤੇ ਪਾਗਲ ਨੇ ਜਿਹੜੇ ਤੇਰੇ ਨਾਲ ਅਟੈਕ ਕਰਦੇ, ਤੂੰ ਤਾਂ ਬਹੁਤ ਵੱਡਾ ਟੈਰਰਿਸਟ ਹੈ। ਦੂਸਰੇ ਨੰਬਰ ਤੇ ਮੋਦੀ ਸਾਹਿਬ ਨੇ ਫਰਮਾਇਆ ਕਿ ਟੈਰਰਿਜ਼ਮ और दूसरा लफ्ज उन्होंने क्या है, टैररिज्म और ट्रेड ये इकट्ठे नहीं चल सकते। फिर मैं कहना साढ़े पागल ने जो तेरे नाल ट्रेड करना चाहते हैं, क्योंकि टैररिस्ट ना तो ट्रेड भी नहीं करनी चाहिए। तीसरे नंबर पर मोदी साहब ने फरमाया सी कि खून और पानी इकट्ठे नहीं चल सकते। तीसरी भी गल 100% सही आ, साढ़े लोग खून उत्थे ज़ाया कराउंदे ने अपने मुसलमान भाइयों का कश्मीर के अंदर, लेकिन पानी भी तू बंद करके बैठा इन्हां दा। और मैं इन्नी दफ़ा गुजारिश की थी इन्हां शहीदां आगे अपने बच्चे आके कि बंब या मिसाइल मार के ना ते डैम तोड़ो ताकि पानी का मसला तो हल होवे। क्यों ये जिहड़ी दहशतगर्दी आ इहदे नाल खून बहंदा जिहड़ा कश्मीर के अंदर बहा रहा मोदी, और दूसरा पानी जिथे हुंदा नहीं हुंदा उत्थे जंगां ही हुंदियां ने। और एक स्टेज आनी आ कि सानू पानी वास्ते जंग करनी पैनी आ। अगर हुण भी इन्होंने गलती की टॉक्स दे विच आंदे मुज़ाकरात दे विच आके, इस वास्ते मोदी साहब तुसीं तिन्ने गल्लां सच्चियां फरमाईयां ने, लेकिन कसूर उह साडा ही आ कि असीं उहनूं समझ नहीं सकण डे। टॉक्स का मतलब ये नहीं है तुसीं अपना हर सब कुछ वेच के ते परे कर दिओ, सब कुछ दे दिओगे नूं अल्लाह दी राह च। कतन टॉक का मतलब ये नहीं, टॉक हुंदा तुहाडे मफादात की ने और अगले को तुसीं की छीन सकदे हो। बिल्कुल इस तरह नहीं है कि तुम जाति मफादात की खातर, जिस तरह साढ़े बहुत सारे लोग जाति मफादात की खातर ना इंडिया ते तनकीद करते हैं, ना इंडिया के तो लान तान करते हैं, और ना ही मोदी नूं करते हैं, क्योंकि उन्होंने जाति मामलात ने उहदे नाल, उन्होंने जाति मफादात उन्होंने नाल है इंडिया के नाल। लेकिन मैनूं बड़ा इल्जाम, मैनूं अलहमदुलिल्लाह बड़ी समझ है इस गल की कि ये चीज़ हो तो सकती है किसी लैवल पर, इनफरादी तौर पर तो हो सकती है फर्दन फर्दन, लेकिन इज्तमाही तौर पर कौमी तौर पर पूरी कौम के हिसाब न करते कि कतल नहीं हो सकता। साडी फौज जिहड़ी आ कोई एक बंदा नहीं है, साडी फौज को 10 बंदे नहीं है। साडी फौज तो मुराद है सिपाही तो लग के जनरैल तक, उन्होंने फौज कहने हैं। ये जिन्ना चिर इन्हां दे अंदर जज्बा वे, जिन्ना चिर इन्हां दे अंदर जहाद का जज्बा वे, जिन्ना जहाद फी सबीलिल्लाह का जज्बा वे, अल्लाह के फजलो करम नाल सानूं कोई शिकस्त नहीं दे सकता। उसकी बड़ी सादा जी मिसाल आ, ये ड्रोन भेजते सी इंडिया, मोदी साहब साढ़े भेज लिया तो लोग तमाशा कर रहे, जिस तरह बच्चे नहीं फायरिंग करके भकाने हटाने होंगे, इस तरह फड़ के गोलियां मार रहे थे उन्होंने ड्रोनों, तो वो समझदा असीं डरन डे आ। वो असीं नहीं भाईया डरदे इन्हां तेरे मामलों तो। मैं तो अपने फौज नूं अपने हुकूमत नूं 3-4 बारी ऑफर की, अगर साडी जरूरत आ, हालांकि मेरी उम्र काफ़ी अलहमदुलिल्लाह आई एम अराउंड अबाउट 70, तो मैं फिर भी जहाज से अगे जाने को तैयार हाँ, अगे जाके लोग जो असीं कर सकने कर रहे तो वही है ना। मैं किहड़ा ट्रेंड फौजी आ, मैं उत्थे गन्ना तो नहीं चलाने, टैंक तोपां तो नहीं चलाउणियां, जो मैं कर सकना मैं करन तैयार हाँ। इस वास्ते साडी पूरी कौम का मुराल इस तरह का ही आ कि असीं मोदी साहब बिल्कुल तुहाडा मुकाबला करांगे, 100% करांगे। असीं गां खाण वाले हाँ, गां दा मूत पीण वाले नहीं। अल्लाह हाफिज़, अस्सलाम वालेकुम।